अस्सलामुअलैकुम। मैं असगरी, याद आना तानू? ते ऐ ने मेरे अब्बू। जी अब्बू, की कह रहे सी तुसी? मैं ਇਹ ਕਹਿ ਰਿਹਾ ਸੀ ਕਿ ਜੇ ਮੁਆਸ਼ਰੇ 'ਚ ਰਹਿਣ ਵਾਲਾ ਹਰ ਫਰਦ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਵੇ ਤੇ ਅਸੀਂ ਆਪਣੇ ਮੁਆਸ਼ਰੇ ਨੂੰ ਬਿਹਤਰ ਬਣਾ ਸਕਦੇ ਹਾਂ। ਤੇ ਕੀ ਤੁਹਾਡਾ ਮਤਲਬ ਹੈ ਕਿ ਅਸੀਂ ਕੁੜੀਆਂ ਤੇ ਔਰਤਾਂ ਵੀ ਆਪਣੀਆਂ ਸਲਾਹੀਅਤਾਂ ਦਾ ਇਸਤੇਮਾਲ ਕਰਦੇ ਹੋਏ ਆਪਣੇ ਗਾਂਵ ਨੂੰ ਬਿਹਤਰ ਬਣਾ ਸਕਦੇ ਹਾਂ? ਕਿਉਂ ਨਹੀਂ? ਜੇ ਸਾਰੇ ਮਿਲ ਕੇ ਇੱਕ ਦੂਸਰੇ ਦੀ ਮਦਦ ਕਰਨ ਤੇ ਨਾ ਸਿਰਫ ਇੱਕ ਤਾਕਤਵਰ ਕਮਿਊਨਿਟੀ ਦੀ ਸ਼ਕਲ ਇਖਤਿਆਰ ਕਰ ਸਕਦੇ ਹੋ ਬਲਕਿ ਆਪਣੇ ਇਨਫਰਾਦੀ ख्वाब ਵੀ ਬਾਸਾਨੀ ਪੂਰੇ ਕਰ ਸਕਦੇ ਹੋ। ਤੇ ਜੇ ਔਰਤਾਂ ਮਿਲ ਕਰ ਕਿਸੇ ਚੀਜ਼ ਦਾ ਇਰਾਦਾ ਕਰ ਲੈਣ ਤੇ ਉਹਨਾਂ ਨੂੰ ਕੌਣ ਰੋਕ ਸਕਦਾ ਹੈ? ਅਸੀਂ ਔਰਤਾਂ ਅਮਨ ਦੇ ਕਾਇਮ ਵਿੱਚ ਬਿਹਤਰੀਨ ਕਿਰਦਾਰ ਅਦਾ ਕਰ ਸਕਦੇ ਹਾਂ, ਜਿਸ ਦੀ ਮਦਦ ਨਾਲ ਨਾ ਸਿਰਫ ਔਰਤਾਂ ਨਾਲ ਹੋਣ ਵਾਲੇ ਮਜ਼ਾਲਿਮ ਵਿੱਚ ਕਮੀ ਆ ਸਕਦੀ ਹੈ ਬਲਕਿ ਔਰਤਾਂ ਇੱਕ ਆਵਾਜ਼ ਦੀ ਸੂਰਤ ਵਿੱਚ ਬੜੀ ਕੂਵਤ ਬਣ ਕੇ ਸਾਹਮਣੇ ਆ ਸਕਦੀ ਹੈ। ਸੋਚੋ ਜੇ ਇਲਾਕੇ ਜਾਂ ਮੁਹੱਲੇ ਦੀ ਸਾਰੀਆਂ ਬਜ਼ੁਰਗ ਔਰਤਾਂ ਮਿਲ ਕੇ ਇੱਕ ਜਿਰਗੇ ਜਾਂ ਗਰੁੱਪ ਦੀ ਸੂਰਤ ਇਖਤਿਆਰ ਕਰ ਲੈਣ ਤੇ ਔਰਤਾਂ ਦੇ ਹਕੂਕ ਲਈ ਕਾਫੀ ਕੰਮ ਕੀਤਾ ਜਾ ਸਕਦਾ ਹੈ। ਫਿਰ ਜਦੋਂ ਕਿਸੇ ਵੀ ਕੁੜੀ ਜਾਂ ਔਰਤ ਦੇ ਨਾਲ ਜ਼ੁਲਮ ਜਾਂ ਜ਼ਿਆਦਤੀ ਹੋਵੇ ਤੇ ਮੁਹੱਲੇ ਦੀਆਂ ਬਜ਼ੁਰਗ ਔਰਤਾਂ ਉਹਨਾਂ ਲਈ ਲੜ ਸਕਦੀਆਂ ਨੇ, ਹੈ ਨਾ? ਬਿਲਕੁਲ। ਅਸੀਂ ਆਪਣੇ ਫੋਨ ਦੀ ਮਦਦ ਨਾਲ ਬਹੁਤ ਸਾਰੀ ਔਰਤਾਂ ਦੇ ਹਕੂਕ ਜਾਂ ਮਸਾਇਲ ਨੂੰ ਦੁਨੀਆ ਦੇ ਸਾਹਮਣੇ ਲਿਆ ਸਕਦੇ ਹਾਂ। ਕਿਸੇ ਖਾਸ ਮੌਜੂ ਤੇ ਗੱਲ ਕਰਨੀ ਹੋਵੇ ਜਾਂ ਫਿਰ ਕਿਸੇ ਪੜ੍ਹੀ ਲਿਖੀ ਖਾਤੂਨ ਦਾ ਇੰਟਰਵਿਊ ਕਰਕੇ ਇਲਮ ਵੰਡਣਾ ਹੋਵੇ, ਕਿਸੇ ਮਜ਼ਲੂਮ ਦੀ ਆਵਾਜ਼ ਬਣਨਾ ਹੋਵੇ ਜਾਂ ਕਿਸੇ ਕੁੜੀ ਦੀ ਕਾਮਯਾਬੀ ਦਾ ਜਸ਼ਨ ਮਨਾਉਣਾ ਹੋਵੇ, ਇਹ ਸਾਰੇ ਕੰਮ ਅਸੀਂ ਆਪਣੇ ਫੋਨ ਦੇ ਕੈਮਰੇ ਦੇ ਜ਼ਰੀਏ ਬਖੂਬੀ ਕਰ ਸਕਦੇ ਹਾਂ। ਹੋਰ ਤੇ ਹੋਰ ਅਕਸਰ ਅਸੀਂ ਇਹ ਸ਼ਿਕਾਇਤ ਕਰਦੇ ਹਾਂ ਕਿ ਸਿਆਸਤਦਾਨ ਔਰਤਾਂ ਦੇ ਹਕੂਕ ਦੇ ਬਾਰੇ 'ਚ ਨਹੀਂ ਸੋਚਦੇ ਜਾਂ ਕਾਨੂੰਨ ਔਰਤਾਂ ਦਾ ਸਾਥ ਨਹੀਂ ਦਿੰਦਾ। ਕਹਿਣ ਨੂੰ ਤੇ ਔਰਤਾਂ ਦੀ ਹਿਫਾਜ਼ਤ ਤੇ ਸਹੂਲਤ ਦੇ ਲਈ ਕਾਨੂੰਨ ਮੌਜੂਦ ਹੈ ਲੇਕਿਨ ਉਹਨਾਂ ਤੇ ਅਮਲ ਨਹੀਂ ਹੁੰਦਾ। ਲੇਕਿਨ ਬੇਟਾ ਇਹੋ ਜਿਹੇ ਬੜੇ ਸਾਰੇ ਅਦਾਰੇ ਨੇ ਜਿਹੜੇ ਔਰਤਾਂ ਦੇ ਹਕੂਕ ਲਈ ਕੰਮ ਕਰਦੇ ਨੇ। ਸਾਨੂੰ ਉਹਨਾਂ ਅਦਾਰਿਆਂ ਦੇ ਬਾਰੇ ਆਗਾਹੀ ਹਾਸਲ ਕਰਨੀ ਚਾਹੀਦੀ ਹੈ, ਜਿਵੇਂ ਬੇਦਾਰੀ, ਔਰਤ ਫਾਊਂਡੇਸ਼ਨ, ਵੂਮਨ ਰਾਈਟਸ ਐਸੋਸੀਏਸ਼ਨ ਵਗੈਰਾ। ਇਦਾਰਿਆਂ ਦੇ ਨਾਲ-ਨਾਲ ਆਪਣੇ ਹਕੂਕ ਦੇ ਬਾਰੇ ਵਿੱਚ ਵੀ ਸਮਝਣਾ ਚਾਹੀਦਾ ਹੈ ਤਾਂ ਕਿ ਜਿੱਥੇ ਸਾਨੂੰ ਲੱਗੇ ਕਿ ਇਦਾਰਿਆਂ ਦੀ ਕਮੀ ਹੈ ਅਸੀਂ ਆਪਣੇ ਇਦਾਰੇ ਖੁਦ ਕਾਇਮ ਕਰ ਸਕੀਏ ਤਾਂ ਕਿ ਅਸੀਂ ਆਪਣੇ ਹਕੂਕ ਦੇ ਲਈ ਖੁਦ ਲੜ ਸਕੀਏ ਤੇ ਘਰ-ਘਰ ਜਾ ਕੇ ਆਗਾਹੀ ਫਰਾਹਮ ਕਰ ਸਕੀਏ। ਜੇ ਅਸੀਂ ਮੁਆਸ਼ੀ ਤਰੱਕੀ ਦੀ ਗੱਲ ਕਰੀਏ ਤੇ ਸੋਚੋ ਜੇ ਸਾਰੀ ਔਰਤਾਂ ਮਿਲ ਕੇ ਕੋਈ ਨਾ ਕੋਈ ਕਾਰੋਬਾਰ ਸ਼ੁਰੂ ਕਰਕੇ ਆਮਦਨੀ ਕਮਾਉਣ ਲੱਗ ਪੈਣ ਤੇ ਸਾਰੇ ਘਰਾਂ ਦੀ ਕੀ ਪੂਰੇ ਪਿੰਡ ਦੀ ਕਿਸਮਤ ਖੁੱਲ ਜਾਏਗੀ। ਜਿੱਦਾਂ ਸ਼ਾਹਿਦਾ ਬਾਜੀ ਨੇ ਪਹਿਲੇ ਖੁਦ ਸਿਲਾਈ ਸਿੱਖੀ, ਫਿਰ ਮਹੱਲੇ ਦੀ ਕੁਝ ਔਰਤਾਂ ਨੂੰ ਸਿਲਾਈ ਸਿਖਾ ਕਰ ਦਰਜ਼ਨ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਬਿਲਕੁਲ। ਤੇ ਇਹ ਵੀ ਤਾਂ ਹੋ ਸਕਦਾ ਹੈ ਕਿ 8-10 ਔਰਤਾਂ ਪੈਸੇ ਮਿਲਾकर ਕੋਈ ਅਸਾਸਾ ਖਰੀਦ ਲੈਣ ਤੇ ਉਸ ਨਾਲ ਹੋਣ ਵਾਲੀ ਕਮਾਈ ਨੂੰ ਆਪਸ ਵਿੱਚ ਬਾਂਟ ਕਰ ਜ਼ਿੰਦਗੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨ। ਲੇਕਿਨ ਅੱਬੂ, ਇਹ ਇਦਾਰੇ ਤੇ ਕਾਰੋਬਾਰ ਖੋਲਣ ਲਈ ਪੈਸੇ ਕਿੱਥੋਂ ਆਣਗੇ? ਚਲੋ ਇੱਕ ਗੱਲ ਹੋਰ ਦੱਸਣਾ ਵਾ, ਜਦੋਂ ਸਾਰੇ ਪੈਸੇ ਜੋੜਨ ਤੋਂ ਬਾਅਦ ਰਕਮ ਘੱਟ ਪੈਂਦੀ ਹੋਵੇ ਜਾਂ ਹੋਰ ਪੈਸਿਆਂ ਦੀ ਲੋੜ ਹੋਵੇ ਤੇ ਤੁਸੀਂ ਕਰੀਬ ਤਰੀਨ ਗਵਰਨਮੈਂਟ ਬੈਂਕ ਦੇ ਵਿੱਚ ਲੋਨ ਲਈ ਦਰਖਾਸਤ ਦੇ ਸਕਦੇ ਹੋ ਤੇ ਫਿਰ ਆਸਾਨ ਮਾਹਾਨਾ ਕਿਸ਼ਤਾਂ ਵਿੱਚ ਉਸ ਲੋਨ ਦੀ ਅਦਾਇਗੀ ਕਰ ਸਕਦੇ ਹੋ। ਸਾਰੇ ਅਦਾਰੇ ਛੋਟੇ ਕਰਜ਼ੇ ਯਾਨੀ ਮਾਈਕਰੋ ਫਾਈਨਾਂਸ ਦੇ ਮੌਕੇ ਫਰਾਹਮ ਕਰਦੇ ਨੇ। ਜਿੱਦਾਂ ਕਿ ਹੁਣ ਜੇ ਤੁਹਾਨੂੰ ਹੋਰ ਤਫਸੀਲ ਚਾਹੀਦੀ ਏ ਤੇ ਚਲੋ ਸਾਡੇ ਇੱਕ ਦੋਸਤ ਨੇ ਉਹਨਾਂ ਨੂੰ ਫੋਨ ਕਰਨੇ ਆ। ਹੈਲੋ ਜੁਨੇਦ, ਇੱਕ ਗੱਲ ਦੱਸੋ, ਸਾਡੀ ਬੇਟੀ ਜਾਣਨਾ ਚਾਹੁੰਦੀ ਏ ਕਿ ਕਿਹੜੇ ਅਦਾਰੇ ਔਰਤਾਂ ਨੂੰ ਛੋਟੇ ਕਰਜ਼ਿਆਂ ਦੀ ਸੂਰਤ ਵਿੱਚ ਸਰਮਾਇਆ ਫਰਾਹਮ ਕਰਦੇ ਨੇ। ਇਹ ਤਾਂ ਬਹੁਤ ਚੰਗਾ ਸਵਾਲ ਏ। ਮੁਖਤਲਿਫ NGOs ਤੇ ਅਦਾਰੇ ਜਾਂ ਬੈਂਕਸ ਇਹੋ ਜਿਹੀ ਸਹੂਲਤ ਦਿੰਦੇ ਨੇ ਜਿਵੇਂ ਕਿ ਕਸ਼ਫ ਫਾਊਂਡੇਸ਼ਨ ਦਾ ਕਾਰੋਬਾਰ ਕਰਜ਼ਾ ਜਾਂ ਫਿਰ ਮਵੇਸ਼ੀ ਕਰਜ਼ਾ, ਖੁਸ਼ਹਾਲੀ ਬੈਂਕ ਦਾ ਆਸਾਨ ਕਰਜ਼ਾ, ਤਾਮੀਰ ਜਾਂ ਟੈਲੀਨਾਰ ਮਾਈਕਰੋ ਫਾਈਨੈਂਸਿੰਗ ਬੈਂਕ ਦਾ ਕਾਰੋਬਾਰ ਲੋਨ ਜਾਂ ਗਰੁੱਪ ਲੋਨ ਜਾਂ ਫਿਰ ਅਖੂਆ ਦਾ ਕਰਜ਼ਾ ਹਸਨਾ ਪ੍ਰੋਗਰਾਮ। ਐਸੀ ਕਈ ਸਹੂਲੀਅਤ ਪਿੰਡ ਤੇ ਛੋਟੇ ਸ਼ਹਿਰਾਂ ਵਿੱਚ ਮੌਜੂਦ ਨੇ। ਲੇਕਿਨ ਅੰਕਲ, ਜੇ ਮੈਨੂੰ ਇਹਨਾਂ ਇਦਾਰਿਆਂ ਤੋਂ ਲੋਨ ਚਾਹੀਦਾ ਹੋਏਗਾ ਤੇ ਮੈਨੂੰ ਕੀ ਕਰਨਾ ਪਏਗਾ? ਹਰ ਇਦਾਰਾ ਜਿਹੜਾ ਤੁਹਾਡੇ ਸ਼ਹਿਰ ਜਾਂ ਗਾঁव ਵਿੱਚ ਮਾਈਕਰੋ ਫਾਈਨਾਂਸ ਲੋਨ ਫਰਾਹਮ ਕਰਦਾ ਏ ਉਹ ਆਪਣਾ ਲੋਨ ਅਫੀਸਰ ਵੀ ਤਾਇਦ ਕਰਦਾ ਏ। ਤੁਹਾਨੂੰ ਉਸ ਲੋਨ ਅਫੀਸਰ ਦੇ ਨਾਲ ਮੁਲਾਕਾਤ ਕਰਨੀ ਪਏਗੀ ਤੇ ਉਹਨਾਂ ਨੂੰ ਆਪਣੀ ਜ਼ਰੂਰਤ ਦੇ ਬਾਰੇ ਆਗਾਹ ਕਰਨਾ ਹੋਏਗਾ, ਜਿਵੇਂ ਕਿ ਤੁਹਾਨੂੰ ਲੋਨ ਕਿਉਂ ਚਾਹੀਦਾ ਏ ਤੇ ਤੁਸੀਂ ਉਹਦਾ ਇਸਤੇਮਾਲ ਕਿਵੇਂ ਕਰੋਗੇ ਤੇ ਕੀ ਤੁਸੀਂ ਤੈਅਸ਼ੁਦਾ ਮੁੱਦਤ ਵਿੱਚ ਕਿਸ਼ਤਾਂ ਦੀ ਸੂਰਤ ਵਿੱਚ ਲੋਨ ਵਾਪਸ ਕਰ ਪਾਓਗੇ। ਲੋਨ ਅਫੀਸਰ ਤੁਹਾਡੇ ਲੋੜ ਤੇ ਹਾਲਾਤ ਦਾ ਜਾਇਜ਼ਾ ਲੈਣ ਵਾਸਤੇ ਤੁਹਾਡੇ ਕੋਲੋਂ ਚੰਦ ਸਵਾਲ ਕਰੇਗਾ,
ਜਿਨ੍ਹਾਂ ਦੇ ਜਵਾਬਾਂ ਦੀ ਬੁਨਿਆਦ ਤੇ ਤੁਹਾਡੇ ਲੋਨ ਦੀ ਦਰਖਾਸਤ ਮਨਜ਼ੂਰ ਜਾਂ ਫਿਰ ਮੁਸਤਰਦ ਹੋਏਗੀ। ਸ਼ੁਕਰੀਆ ਅੰਕਲ, ਇਹ ਸਾਰੀ ਆਗਾਹੀ ਮੈਂ ਆਪਣੀਆਂ ਸਹੇਲੀਆਂ ਤੱਕ ਜ਼ਰੂਰ ਪਹੁੰਚਾਵਾਂਗੀ। ਬੇਟਾ ਬਿਲਕੁਲ ਪਹੁੰਚਾਈ ਤੇ ਉਹਨਾਂ ਦਾ ਹੌਸਲਾ ਵੀ ਵਧਾਈ। ਇਹ ਤੇ ਇੰਨੇ ਸਾਰੇ ਤਰੀਕੇ ਨੇ ਜਿਹਦੀ ਮਦਦ ਨਾਲ ਅਸੀਂ ਸਿਰਫ ਆਪਣੇ ਆਪ ਨੂੰ ਹੀ ਨਹੀਂ ਬਲਕਿ ਆਪਣੇ گاؤں ਨੂੰ ਵੀ ਤਰੱਕੀ ਦੀ ਰਾਹ ਤੇ ਲਿਜਾ ਸਕਦੇ ਹਾਂ। ਮੈਂ ਅੱਜ ਸ਼ਾਮੀ ਇਹ ਸਾਰੀਆਂ ਗੱਲਾਂ ਆਪਣੀ ਸਹੇਲੀਆਂ ਨੂੰ ਦੱਸਾਂਗੀ।